ਹੈਲੋ एवरीवन ਵੈਲਕਮ ਟੂ CBC ਅਕੈਡਮੀ ਬੋਰ ਮੈਂ ਹਾਰਨ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣਾ ਟੌਪ 500 ਹਿਸਟਰੀ ਦੇ ਕੁਐਸਚਨ। ਅਤੇ ਆਪਾਂ ਬਹੁਤ ਹੀ ਰੈਲੇਵੈਂਟ ਟੌਪਿਕ ਪੜ੍ਹ ਰਹੇ ਸੀ, ਜਿਵੇਂ ਆਪਾਂ ਕੱਲ੍ਹ ਇੰਡੀਆ ਦੇ ਜੋ ਬਾਹਰ ਰੈਵੋਲਿਊਸ਼ਨਰੀ ਮੂਵਮੈਂਟਸ ਹੋ ਰਹੀਆਂ ਸੀ ਉਹਦੇ ਬਾਰੇ ਪੜ੍ਹਿਆ ਸੀਗਾ, ਥੋੜ੍ਹਾ ਬਹੁਤ ਸਵਦੇਸ਼ੀ ਮੂਵਮੈਂਟ ਬਾਰੇ ਪੜ੍ਹਿਆ ਸੀਗਾ। ਤਾਂ ਆਪਾਂ ਉਸੇ ਚੀਜ਼ ਨੂੰ ਜੋ ਸਵਦੇਸ਼ੀ ਮੂਵਮੈਂਟ 'ਤੇ ਕੁਐਸਚਨ ਬਣਦੇ ਆ ਉਹਨਾਂ ਨੂੰ ਆਪਾਂ ਕੰਟੀਨਿਊ ਕਰਾਂਗੇ। ਉਸ ਤੋਂ ਬਾਅਦ ਆਪਣੇ ਜਿਹੜੇ ਸੈਸ਼ਨ ਹੋਏ ਸੀਗੇ, ਲਖਨਊ ਸੈਸ਼ਨ, ਹੋਮ ਰੂਲ ਲੀਗ ਮੂਵਮੈਂਟ, ਠੀਕ ਹੈ ਜੀ, ਉਹਨਾਂ 'ਤੇ ਜੋ ਕੁਐਸਚਨ ਬਣਨਗੇ ਉਹ ਕਰਾਂਗੇ ਆਪਾਂ, ਠੀਕ ਹੈ। ਸੋ ਇਸੇ ਤਰ੍ਹਾਂ ਆਪਾਂ ਟੌਪਿਕ ਵਾਈਜ਼ ਚੀਜ਼ਾਂ ਕਵਰ ਕੀਤੀਆਂ, ਜਿਵੇਂ ਆਪਾਂ ਰਿਵੋਲਟਸ ਕਵਰ ਕੀਤੇ ਸੀਗੇ, ਆਪਣੇ ਪੀਜ਼ੈਂਟ ਰਿਵੋਲਟ ਕੀਤੇ, ਪੋਲੀਟੀਕਲ ਔਰਗਨਾਈਜੇਸ਼ਨ ਤੁਹਾਨੂੰ ਕਰਵਾਈਆਂ, ਉਹਨਾਂ ਦੀ ਲਿਸਟਾਂ ਕਰਵਾਤੀਆਂ ਤੁਹਾਨੂੰ, ਸੋਸ਼ਲ ਐਂਡ ਰਿਲੀਜੀਅਸ ਰਿਫੋਰਮ ਮੂਵਮੈਂਟ 'ਤੇ ਜਿੰਨੇ ਕੁਐਸਚਨ ਬਣ ਸਕਦੇ ਉਹਨੇ ਕਰਾਤੇ ਹੈ, ਠੀਕ ਹੈ, ਜੋ ਬੇਸਿਕ ਆਉਣੇ ਚਾਹੀਦੇ ਤੁਹਾਨੂੰ ਸਾਰਿਆਂ ਨੂੰ। ਸੋ ਜੇ ਤੁਸੀਂ ਇੰਨੇ ਕੁ ਕੁਐਸਚਨ ਕਰ ਲਓਗੇ, ਇਹਨਾਂ ਦੀ ਜਿਹੜੀ ਡੈਪਥ ਆ ਤੁਸੀਂ ਪਕੜ ਜਾਓਗੇ, ਤਾਂ ਪੰਜਾਬ ਦਾ ਆਲਮੋਸਟ ਸਾਰੇ ਜਿੰਨੇ ਵੀ ਐਗਜ਼ਾਮ ਹੈਗੇ ਤੁਸੀਂ ਦੇਣ ਦੇ ਮਤਲਬ ਇੱਕ ਤਰ੍ਹਾਂ ਦੇ ਕਹਿ ਸਕਦੇ ਹਾਂ ਵੀ ਤੁਸੀਂ ਲਾਇਕ ਹੋ ਜਾਓਗੇ। ਤੁਹਾਨੂੰ ਮਤਲਬ ਇੱਕ ਵਾਰੀ ਦਿੱਕਤ ਨਹੀਂ ਆਊਗੀ, ਤੁਹਾਨੂੰ ਇਸੇ ਤਰ੍ਹਾਂ ਦੇ ਸਿਮਿਲਰ ਕੁਐਸਚਨ ਜਾ ਕੇ ਉੱਥੇ ਵੇਖਣ ਨੂੰ ਮਿਲਣਗੇ। ਜੋ ਚੀਜ਼ਾਂ ਮੈਂ ਤੁਹਾਨੂੰ ਐਕਸਟਰਾ ਦੱਸਦਾ ਉਹਨਾਂ ਨੂੰ ਵੀ ਤੁਸੀਂ ਪੈਨ ਡਾਊਨ ਕਰ ਲਿਆ ਕਰੋ। ਇਹ ਨਹੀਂ ਬਈ ਆਪਾਂ ਸਿਰਫ ਜੋ ਕੁਐਸਚਨ ਕਰਵਾ ਰਹੇ ਉਹਨਾਂ ਨੂੰ ਕਰਨਾ, ਜੋ ਐਕਸਟਰਾ ਚੀਜ਼ਾਂ ਕਰਵਾ ਰਹੇ ਬਾਕੀ ਇਹਨਾਂ ਦੀ PDF ਤੁਹਾਨੂੰ ਪ੍ਰੋਵਾਈਡ ਕਰ ਦਿੱਤੀ ਜਾਊਗੀ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਕੰਟੈਕਟ ਕਰ ਸਕਦੇ ਹੋ, ਜਿਵੇਂ ਬਹੁਤ ਸਾਰੇ ਬੱਚੇ ਹੈਗੇ ਆ ਉਹ ਹੁਣ ਮੈਨੂੰ ਇੰਸਟਾਗ੍ਰਾਮ 'ਤੇ ਕੰਟੈਕਟ ਕਰ ਰਹੇ ਆ, ਉਹਨਾਂ ਨਾਲ ਆਪਾਂ ਇੰਟਰੈਕਟ ਕਰ ਰਹੇ ਹਾਂ। ਅਤੇ ਜੋ ਅਗਰ ਕੁਛ ਵੀ ਦਿੱਕਤ ਆ ਰਹੀ ਹੈ, PDF ਕਿਸੇ ਨੂੰ ਨਹੀਂ ਮਿਲ ਰਹੀ, PDF ਪ੍ਰੋਵਾਈਡ ਕੀਤੀ ਜਾ ਰਹੀ ਹੈ, ਸੋ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ARNTANEJ07 'ਤੇ ਸਾਡੀ ਜਿਹੜੀ CBC ਐਗਜ਼ਾਮ ਗੁਰੂ ਐਪ ਹੈਗੀ ਉਹਨੂੰ ਡਾਊਨਲੋਡ ਕਰ ਸਕਦੇ ਹੋ। ਅਤੇ ਉੱਥੇ ਡਿਵਰਸ ਬੈਨੀਫਿਟ ਸਾਡੀ ਜਿਹੜੀ ਅਸੀਂ ਨੈਬ ਤਹਿਸੀਲਦਾਰ ਵਾਸਤੇ ਟੈਸਟ ਸੀਰੀਜ਼ ਲੈ ਕੇ ਆਏ 249 ਰੁਪਏ ਦੇ ਵਿੱਚ, ਉਹ ਵੀ ਤੁਸੀਂ ਬਾਏ ਕਰ ਸਕਦੇ ਹੋ, ਠੀਕ ਹੈ ਜੀ। ਸੋ ਆਪਾਂ ਅੱਜ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ ਜੋ ਹੈਗਾ ਐਂਟੀ ਪਾਰਟੀਸ਼ਨ ਮੂਵਮੈਂਟ ਆਫ ਬੰਗਾਲ ਵਾਜ਼ ਇਨੀਸ਼ੀਏਟਿਡ ਔਨ। ਜਿਹੜੀ ਆਪਣੀ ਐਂਟੀ ਪਾਰਟੀਸ਼ਨ ਮੂਵਮੈਂਟ ਹੋਈ ਸੀ ਬੰਗਾਲ ਦੇ ਵਿੱਚ, ਉਹ ਕਦੋਂ ਸਟਾਰਟ ਹੋਈ ਸੀਗੀ? ਆਪਣਾ ਆਨਸਰ ਆ ਜਾਊਗਾ 7 ਅਗਸਤ 1905 ਦੇ ਵਿੱਚ। ਤੁਹਾਨੂੰ ਮੈਂ ਕੱਲ੍ਹ ਵੀ ਸਮਝਾਇਆ ਸੀਗਾ ਵੀ ਅੰਗਰੇਜ਼ਾਂ ਨੇ ਜਿਹੜੀ ਨੈਸ਼ਨਲਿਜ਼ਮ ਫੈਲਦਾ ਜਾ ਰਿਹਾ ਸੀ ਬੰਗਾਲ ਦੇ ਵਿੱਚ, ਉਸ ਨੂੰ ਕਰਬ ਕਰਨ ਲਈ, ਉਸ ਨੂੰ ਖ਼ਤਮ ਕਰਨ ਦੇ ਲਈ ਬੰਗਾਲ ਨੂੰ ਪਾਰਟੀਸ਼ਨ ਕਰਨ ਦੀ ਕੋਸ਼ਿਸ਼ ਕੀਤੀ ਔਨ ਦੀ ਬੇਸਿਸ ਆਫ ਰਿਲੀਜਨ, ਵੀ ਹਾਂ ਇੱਕ ਪਾਸੇ ਹਿੰਦੂ ਅਸੀਂ ਕਰ ਦਿੰਦੇ ਹਾਂ, ਇੱਕ ਪਾਸੇ ਮੁਸਲਿਮ ਕਰ ਦਿੰਦੇ ਹਾਂ, ਠੀਕ ਹੈ ਜੀ। ਪਰ ਜਿਹੜੀ ਉਹਨਾਂ ਦੀ ਟ੍ਰਿਕ ਹੈਗੀ ਉਹਨਾਂ 'ਤੇ ਹੀ ਪੁੱਠੀ ਪੈ ਗਈ। ਇੱਕ ਮੂਵਮੈਂਟ ਉੱਭਰ ਕੇ ਸਾਹਮਣੇ ਆਈ ਜਿਹਦਾ ਨਾਮ ਸੀਗਾ ਸਵਦੇਸ਼ੀ ਮੂਵਮੈਂਟ। ਸਵਦੇਸ਼ੀ ਮੂਵਮੈਂਟ ਜਿਹੜੀ ਉੱਭਰ ਕੇ ਸਾਹਮਣੇ ਆਈ ਉਹ ਆਈ ਸੀਗੀ ਵੀ ਅਸੀਂ ਪਾਰਟੀਸ਼ਨ ਆਫ ਬੰਗਾਲ ਦੇ ਅਗੇਂਸਟ ਹੈਗੇ ਹਾਂ, ਠੀਕ ਹੈ। ਉਸੇ ਕਰਕੇ ਸਵਦੇਸ਼ੀ ਮੂਵਮੈਂਟ ਉੱਭਰ ਕੇ ਸਾਹਮਣੇ ਆਈ। ਇਹ ਕਦੋਂ ਮੂਵਮੈਂਟ ਹੋਈ ਸੀਗੀ? ਲਗਭਗ 1905 ਦੇ ਵਿੱਚ ਮੂਵਮੈਂਟ ਸਟਾਰਟ ਹੋਈ ਸੀਗੀ। ਇਹ ਕਿਉਂ ਹੋਈ ਸੀਗੀ? ਕਿਉਂਕਿ ਬੰਗਾਲ ਦੇ ਪਾਰਟੀਸ਼ਨ ਨੂੰ ਰੋਕਣ ਵਾਸਤੇ ਮੂਵਮੈਂਟ ਹੋਈ ਸੀਗੀ। ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਇਹ ਚੀਜ਼। ਬੰਗਾਲ ਦਾ ਪਾਰਟੀਸ਼ਨ ਕਰ ਦਿੱਤਾ ਗਿਆ ਸੀਗਾ 1905 ਦੇ ਵਿੱਚ, ਪਰ ਬਾਅਦ ਦੇ ਵਿੱਚ ਬ੍ਰਿਟੇਨ ਗੌਰਮੈਂਟ ਨੂੰ ਲੱਗਿਆ ਵੀ ਇਹ ਪਾਰਟੀਸ਼ਨ ਗਲਤ ਹੈਗਾ, ਤਾਂ ਉਹਨਾਂ ਨੇ ਦੁਬਾਰਾ ਯੂਨੀਫਾਈ ਕਰਤਾ। ਫਿਰ ਉਹਨਾਂ ਨੂੰ ਲੱਗਿਆ ਵੀ ਐਡੀ ਵੱਡੀ ਪ੍ਰੋਵਿੰਸ ਹੈਗੀ ਆ, ਇੱਥੇ ਐਡਮਿਨਿਸਟ੍ਰੇਸ਼ਨ ਚਲਾਉਣਾ ਸਹੀ ਨਹੀਂ ਆ, ਮਤਲਬ ਆਪਣੇ ਸਾਡੇ ਲਈ ਕਨਵੀਨੀਅੰਟ ਹੈ ਨਹੀਂ ਗਾ, ਤਾਂ ਉਹਨਾਂ ਨੇ ਲਿੰਗੁਇਸਟਿਕ ਬੇਸਿਸ 'ਤੇ, ਲੈਂਗੁਏਜ ਦੇ ਬੇਸਿਸ 'ਤੇ ਬਿਹਾਰ, ਬੰਗਾਲ ਅਤੇ ਉੜੀਸਾ 3 ਸਟੇਟ ਇੱਕੋ ਹੀ ਸਟੇਟ ਦੇ ਵਿੱਚੋਂ ਕੱਢ ਦਿੱਤੀਆਂ ਸੀ 1911 ਦੇ ਵਿੱਚ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਮੈਂ ਕੱਲ੍ਹ ਦੇ ਲੈਕਚਰ 'ਚ ਸਮਝਾਈਆਂ ਸੀਗੀਆਂ ਤੁਹਾਨੂੰ, ਹੁਣ ਆਪਾਂ ਕਰ ਰਹੇ ਹਾਂ। ਤੁਸੀਂ ਹੁਣ ਦੇ ਲੈਕਚਰ 'ਚ ਵੀ ਇਹਨਾਂ ਨੂੰ ਆਪਾਂ ਵਾਰ-ਵਾਰ ਰਿਵਾਈਜ਼ ਕਿਉਂ ਕਰ ਰਹੇ ਹਾਂ? ਤੁਹਾਡੇ ਜੋ ਵੀ ਬੇਸਿਕ ਦੇ ਵਿੱਚ ਕਮੀ ਹੈਗੀ ਹੈ ਤੁਹਾਡੇ ਉਹ ਕਲੀਅਰ ਹੋ ਜਾਣ, ਠੀਕ ਹੈ ਜੀ। ਮੇਨ ਏਮ ਆਹੀ ਹੈਗਾ ਆਪਣਾ, ਜੋ ਵੀ ਤੁਹਾਡੀ ਬੇਸਿਕ ਦੇ ਵਿੱਚ ਕਮੀ ਹੈ ਤੁਹਾਡੀ ਸਾਰੀ ਦੀ ਸਾਰੀ ਪੂਰੀ ਹੋ ਜਾਏ। ਵਿਚ ਮੂਵਮੈਂਟ ਸਟਾਰਟਿਡ ਆਫਟਰ ਦਾ ਪਾਰਟੀਸ਼ਨ ਆਫ ਬੰਗਾਲ। ਜਿਵੇਂ ਮੈਂ ਇਹ ਚੀਜ਼ ਹੁਣ ਤੁਹਾਨੂੰ ਸਮਝਾ ਚੁੱਕਿਆ, ਕਿਉਂਕਿ ਵਾਰ-ਵਾਰ ਇਹਦੇ 'ਤੇ ਕਾਫੀ ਕੁਐਸਚਨ ਬਣਨੇ ਆ ਸਵਦੇਸ਼ੀ ਮੂਵਮੈਂਟ 'ਤੇ, ਤਾਂ ਮੇਰਾ ਏਮ ਇਹ ਆ ਵੀ ਤੁਹਾਨੂੰ ਸਵਦੇਸ਼ੀ ਮੂਵਮੈਂਟ ਐਟਲੀਸਟ ਪਤਾ ਹੋਵੇ ਕੀ ਹੈਗੀ ਸੀਗੀ, ਤਾਂ ਕਰਕੇ ਤੁਹਾਨੂੰ ਐਕਸਪਲੇਨ ਕਰਤੀ ਵੀ ਕਿਵੇਂ ਹੋਈ ਸੀ ਅਤੇ ਕਿਉਂ ਹੋਈ ਸੀਗੀ। ਹੁਣ ਆਪਣਾ ਪਹਿਲਾ ਕੁਐਸਚਨ ਬਣਦਾ ਸੀਗਾ ਵੀ ਕਦੋਂ ਮੂਵਮੈਂਟ ਸਟਾਰਟ ਹੋਈ ਸੀਗੀ, ਮਤਲਬ ਐਂਟੀ ਪਾਰਟੀਸ਼ਨ ਮੂਵਮੈਂਟ ਕਦੋਂ ਸਟਾਰਟ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ 7 ਅਗਸਤ 1905 ਦੇ ਵਿੱਚ। ਸੋ ਇਹ ਪਰਟੀਕੂਲਰ ਡੇਟ ਵੀ ਪੁੱਛ ਲਈ ਜਾਂਦੀ ਹੁੰਦੀ ਹੈ ਆਪਾਂ ਨੂੰ, ਸੋ ਆਪਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ। ਸੋ ਵਿਚ ਮੂਵਮੈਂਟ ਵਾਜ਼ ਸਟਾਰਟਿਡ ਆਫਟਰ ਦਾ ਪਾਰਟੀਸ਼ਨ ਆਫ ਬੰਗਾਲ। ਜਦੋਂ ਪਾਰਟੀਸ਼ਨ ਹੋ ਗਿਆ ਸੀ ਬੰਗਾਲ ਦਾ, ਕਿਹੜੀ ਮੂਵਮੈਂਟ ਸਟਾਰਟ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਸਵਦੇਸ਼ੀ ਮੂਵਮੈਂਟ ਸਟਾਰਟ ਹੋਈ ਸੀ। ਇਹ ਕਿਹੜੇ ਲੋਰਡ ਦੇ ਦੌਰਾਨ ਹੋਈ ਸੀ? ਲੋਰਡ ਕਰਜ਼ਨ ਦੇ ਦੌਰਾਨ ਹੋਈ ਸੀ। ਲੋਰਡ ਕਰਜ਼ਨ ਨੇ ਹੀ ਪਾਰਟੀਸ਼ਨ ਆਫ ਬੰਗਾਲ ਕੀਤੀ ਸੀ, ਉਹਨੇ ਹੀ ਸੁਜੈਸਟ ਕੀਤਾ ਸੀ, ਉਹਦਾ ਹੀ ਆਈਡੀਆ ਸੀਗਾ ਵੀ ਜਿਹੜਾ ਨੈਸ਼ਨਲਿਜ਼ਮ ਇੱਥੇ ਪ੍ਰਫੁੱਲਿਤ ਹੋ ਰਿਹਾ ਬੰਗਾਲ ਦੇ ਵਿੱਚ, ਫਲਰਿਸ਼ ਹੋ ਰਿਹਾ, ਉਸ ਨੂੰ ਕਰਬ ਕੀਤਾ ਜਾਵੇ, ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਦਾਦਾ ਭਾਈ ਨਰੋਜੀ ਵਾਜ਼ ਫਾਰਮਲੀ ਨੋਨ ਐਜ਼। ਦਾਦਾ ਭਾਈ ਨਰੋਜੀ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ? ਕਿਉਂਕਿ ਇਹ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ, ਮੈਂ ਵਾਰ-ਵਾਰ ਰਿਪੀਟ ਵੀ ਕੀਤੀ ਇਹ ਚੀਜ਼ ਸਾਰਿਆਂ ਨੂੰ, ਵੀ ਦਾਦਾ ਭਾਈ ਨਰੋਜੀ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੁੰਦਾ। ਇਹਨਾਂ ਨੇ ਇੱਕ ਬੁੱਕ ਲਿਖੀ ਸੀ ਦਾਦਾ ਭਾਈ ਨਰੋਜੀ ਨੇ, ਮੈਂ ਪ੍ਰੀਵੀਅਸ ਲੈਕਚਰ 'ਚ ਤੁਹਾਨੂੰ ਦੱਸਿਆ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸੋ ਵੀ ਬੁੱਕ ਕਿਹਨੇ ਲਿਖੀ ਸੀਗੀ, ਠੀਕ ਹੈ ਜੀ। ਦਾਦਾ ਭਾਈ ਨਰੋਜੀ ਨੇ ਕਿਹੜੀ ਬੁੱਕ ਲਿਖੀ ਸੀ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਹੈ। ਹੂ ਵਾਜ਼ ਦਾ ਫਸਟ ਇੰਡੀਅਨ ਟੂ ਬੀ ਇਲੈਕਟਿਡ ਟੂ ਦਾ ਬ੍ਰਿਟਿਸ਼ ਪਾਰਲੀਮੈਂਟ। ਸੋ ਕਿਹੜਾ ਇਹੋ ਜਿਹਾ ਪਰਸਨ ਸੀਗਾ ਜੋ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰੀ ਇਲੈਕਟ ਹੋਇਆ ਸੀਗਾ?
ਇੰਡੀਆ ਦਾ ਪਰਸਨ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ MP ਇਲੈਕਟ ਹੋਇਆ ਸੀਗਾ, ਬਹੁਤ ਹੀ ਵੱਡੀ ਅਚੀਵਮੈਂਟ ਸੀ ਆਪਣੇ ਆਪ ਦੇ ਵਿੱਚ ਹੀ। ਸੋ ਦਾਦਾ ਭਾਈ ਨਰੋਜੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪਹਿਲੇ ਐਜ ਇੰਡੀਅਨ ਸੀ ਜੋ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਲੈਕਟ ਹੋਏ ਸੀਗੇ। ਜਿਵੇਂ ਹੁਣ ਵੀ ਤੁਸੀਂ ਵੇਖ ਸਕਦੇ ਹੋ ਵੀ ਜਿਵੇਂ ਕੈਨੇਡੀਅਨ ਗੌਰਮੈਂਟ ਹੈਗੀ ਉਹਦੇ ਵਿੱਚ ਕਾਫੀ ਸਾਰੇ ਆਪਣੇ ਜਿਹੜੇ ਸਿੱਖ ਭਰਾ ਹੈਗੇ ਆ ਉਹ ਵਿੱਚ ਐਡ ਹੈਗੇ ਆ, ਮਤਲਬ ਉਹਨਾਂ ਦੀ ਕੈਬਨਿਟ ਦੇ ਵਿੱਚ, ਉਹਨਾਂ ਦੀ ਗੌਰਮੈਂਟ ਦੇ ਵਿੱਚ ਉਹਨਾਂ ਦੇ ਐਜ਼ ਏ MP ਹੈਗੇ ਆ। ਜਾਂ ਤੁਸੀਂ ਵੇਖ ਸਕਦੇ ਹੋ ਵੀ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਬਣੇ ਹੈਗੇ ਆ USA ਦੇ, ਉਹ ਵੀ ਇੰਡੀਅਨ ਓਰੀਜਨ ਤੋਂ ਹੈਗੇ ਆ, ਠੀਕ ਹੈ। ਕਮਲਾ ਹੈਰਿਸ, ਇਹ ਸਾਰਿਆਂ ਨੂੰ ਪਤਾ ਹੋਊਗਾ, ਉਹ ਫਸਟ ਵੂਮਨ ਪ੍ਰੈਜ਼ੀਡੈਂਟ ਹੈਗੀ ਹੈ US ਦੀ। ਇਸ ਤੋਂ ਪਹਿਲਾਂ ਕੋਈ ਵੀ ਵਾਈਸ ਪ੍ਰੈਜ਼ੀਡੈਂਟ ਨਹੀਂ ਹੈਗਾ ਸੀਗਾ US ਦਾ ਐਜ਼ ਏ ਵੂਮਨ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਕਿਉਂਕਿ ਇਹ PPSC ਨੇ ਹੁਣੇ ਹੀ ਲੇਟੈਸਟ ਕੁਐਸਚਨ ਪੁੱਛਿਆ ਹੈਗਾ ਐਸੇ ਚੀਜ਼ 'ਤੇ। ਸੋ ਜਿਹੜੇ ਜੋ ਬਾਈਡਨ ਹੈਗੇ ਆ ਉਹ 46th ਪ੍ਰੈਜ਼ੀਡੈਂਟ ਹੈਗੇ ਆ USA ਦੇ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਹੈ ਜੀ। ਸੋ ਦਾਦਾ ਭਾਈ ਨਰੋਜੀ ਐਜ਼ ਏ MP ਇਲੈਕਟ ਹੋਏ ਸੀਗੇ ਬ੍ਰਿਟੇਨ ਦੀ ਅਸੈਂਬਲੀ ਦੇ ਵਿੱਚ। ਸੋ ਵੀ ਪਹਿਲੇ MP ਸੀਗੇ ਜੋ ਇੰਡੀਆ ਤੋਂ ਬਿਲੋਂਗ ਕਰਦੇ ਸੀ ਅਤੇ ਪਰ ਬ੍ਰਿਟੇਨ ਦੀ ਅਸੈਂਬਲੀ ਦੇ ਵਿੱਚ ਇਲੈਕਟ ਹੋਏ ਸੀਗੇ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਅਤੇ ਇਹਨਾਂ ਨੇ ਇੱਕ ਐਸੋਸੀਏਸ਼ਨ ਫਾਰਮ ਕੀਤੀ ਸੀਗੀ, ਉਹਦਾ ਨਾਮ ਕੀ ਸੀਗਾ, ਈਸਟ ਇੰਡੀਆ ਐਸੋਸੀਏਸ਼ਨ। ਇਹਨਾਂ ਨੇ ਇੱਕ ਨਿਊਜ਼ਪੇਪਰ ਸਟਾਰਟ ਕੀਤਾ ਸੀ, ਉਹਦਾ ਨਾਮ ਕੀ ਸੀਗਾ, ਰੋਸਟ ਗੁਫਤਾਰ। ਇਹ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਚੀਜ਼ਾਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈਗਾ ਦਾ ਪ੍ਰੈਜ਼ੀਡੈਂਟ ਆਫ ਦਾ ਸੂਰਤ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਵਾਸ। ਸੋ ਪ੍ਰੈਜ਼ੀਡੈਂਟ ਕੌਣ ਸੀਗਾ ਸੂਰਤ ਸੈਸ਼ਨ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ ਰਾਜ ਬਿਹਾਰੀ ਘੋਸ਼। ਸੂਰਤ ਸੈਸ਼ਨ ਹੀ ਉਹ ਵਾਲਾ ਸੈਸ਼ਨ ਸੀਗਾ ਜਿਹਦੇ ਵਿੱਚ ਆਪਣੀ ਜਿਹੜੀ ਪਾਰਟੀਸ਼ਨ ਹੋਈ ਸੀਗੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ 1906 ਦਾ ਸੈਸ਼ਨ ਕਿਹਨੇ ਹੈਡ ਕੀਤਾ ਸੀਗਾ, ਤਾਂ ਆਪਣਾ ਆਨਸਰ ਆ ਜਾਊਗਾ ਦਾਦਾ ਭਾਈ ਨਰੋਜੀ ਨੇ 1906 ਦਾ ਸੈਸ਼ਨ ਹੈਡ ਕੀਤਾ ਸੀਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ। 1907 ਦਾ ਕਿਹਨੇ ਕੀਤਾ? ਰਾਜ ਬਿਹਾਰੀ ਬੋਸ ਨੇ। ਕਿਹੜਾ ਸੈਸ਼ਨ ਸੀਗਾ 1907 ਦਾ ਸੈਸ਼ਨ? ਸੂਰਤ ਸੈਸ਼ਨ ਸੀਗਾ। ਸੂਰਤ ਸੈਸ਼ਨ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਰੂਰੀ ਹੈਗਾ, ਕਿਉਂਕਿ ਇੱਥੇ ਹੀ ਨਰਮ ਦਲ ਅਤੇ ਗਰਮ ਦਲ, ਜਾਂ ਕਹਿ ਸਕਦੇ ਹਾਂ ਮੋਡਰੇਟ ਅਤੇ ਐਕਸਟ੍ਰੀਮਿਸਟ, ਇੱਕ ਪ੍ਰੋਪਰ ਫਾਰਮ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਸੀ ਅਤੇ ਦੋਨੇ ਅੱਡ ਅੱਡ ਹੋ ਗਏ ਸੀਗੇ। ਕਾਂਗਰਸ ਦਾ ਫਸਟ ਸਪਲਿਟ ਹੋਇਆ ਸੀਗਾ, ਸੂਰਤ ਸਪਲਿਟ ਕਿਹਾ ਜਾ ਸਕਦਾ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੂਰਤ ਸਪਲਿਟ 1907 ਦੇ ਵਿੱਚ ਹੋਇਆ ਸੀਗਾ, ਬਹੁਤ ਹੀ। ਅਤੇ ਲੀਡਰਸ਼ਿਪ ਕੌਣ ਕਰ ਰਿਹਾ ਸੀਗਾ ਜਦੋਂ ਕਾਂਗਰਸ ਦਾ ਸੈਸ਼ਨ ਹੋਇਆ ਸੀਗਾ? ਸੂਰਤ ਸੈਸ਼ਨ ਨੂੰ ਕੌਣ ਹੈਡ ਕਰ ਰਿਹਾ ਸੀਗਾ? ਰਾਜ ਬਿਹਾਰੀ ਬੋਸ, ਬਹੁਤ ਹੀ ਇੰਪੋਰਟੈਂਟ ਹੈਗਾ, ਘੋਸ਼ ਸੋਰੀ। ਅਤੇ ਜਿਹੜਾ 1906 ਦਾ ਸੈਸ਼ਨ ਸੀਗਾ ਉਹਨੂੰ ਕੌਣ ਹੈਡ ਕਰ ਰਿਹਾ ਸੀਗਾ? ਉਹਨੂੰ ਕਰ ਰਹੇ ਸੀਗੇ ਆਪਣੇ ਦਾਦਾ ਭਾਈ ਨਰੋਜੀ। 1905 ਦੇ ਸੈਸ਼ਨ ਨੂੰ ਕੌਣ ਕਰ ਰਿਹਾ ਸੀਗਾ? GK ਗੋਖਲੇ। ਸਰਵੈਂਟ ਆਫ ਇੰਡੀਆ ਸੁਸਾਇਟੀ ਕਿਹਨੇ ਫਾਰਮ ਕੀਤੀ? GK ਗੋਖਲੇ ਨੇ, ਠੀਕ ਹੈ। ਈਸਟ ਇੰਡੀਆ ਐਸੋਸੀਏਸ਼ਨ ਕਿਹਨੇ ਫਾਰਮ ਕੀਤੀ? ਦਾਦਾ ਭਾਈ ਨਰੋਜੀ ਨੇ। ਸੋ ਇਸ ਤਰ੍ਹਾਂ ਚੀਜ਼ਾਂ ਨੂੰ ਆਪਾਂ ਵਾਰ-ਵਾਰ ਰਿਪੀਟ ਕਰਨਾ ਅਤੇ ਆਪਾਂ ਯਾਦ ਕਰਨਾ ਹੈ, ਠੀਕ ਹੈ ਜੀ। ਸੋ ਨੈਕਸਟ ਹੈਗਾ ਵੇਅਰ ਡਿਡ ਦਾ ਇੰਡੀਅਨ ਨੈਸ਼ਨਲ ਕਾਂਗਰਸ ਗੋ ਡਿਵਾਈਡਡ ਇਨਟੂ 2 ਵਿੰਗਸ, ਮੋਡਰੇਟ ਐਂਡ ਦਾ ਐਕਸਟ੍ਰੀਮਿਸਟ। ਸੋ ਕਿਹੜਾ ਜਿਹਾ ਸੈਸ਼ਨ ਸੀਗਾ? ਹੁਣੇ ਤੁਹਾਨੂੰ ਮੈਂ ਦੱਸਿਆ ਵੀ ਸੂਰਤ ਸੈਸ਼ਨ ਦੇ ਵਿੱਚ ਮੋਡਰੇਟ ਤੇ ਐਕਸਟ੍ਰੀਮਿਸਟ ਅੱਡ ਹੋ ਗਏ ਸੀਗੇ। ਕੌਣ ਇਹਨਾਂ ਨੂੰ ਹੈਡ ਕਰ ਰਿਹਾ ਸੀਗਾ ਉਸ ਟਾਈਮ 'ਤੇ ਕਾਂਗਰਸ ਨੂੰ? ਤਾਂ ਆਪਣਾ ਆਨਸਰ ਆ ਜਾਊਗਾ ਰਾਜ ਬਿਹਾਰੀ ਘੋਸ਼, ਠੀਕ ਹੈ ਜੀ। ਸੋ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਜ਼ਰੂਰੀ ਹੈਗੀਆਂ ਇਹ ਚੀਜ਼ਾਂ। ਵਟ ਵਾਜ਼ ਦਾ ਮੇਨ ਰੀਜ਼ਨ ਫॉर ਦ ਸਪਲਿਟ ਇਨ ਦਾ ਇੰਡੀਅਨ ਨੈਸ਼ਨਲ ਕਾਂਗਰਸ ਐਟ ਦਾ ਸੂਰਤ ਇਨ 1907? ਸੋ ਮੇਜਰ ਕਾਰਨ ਕੀ ਸੀਗਾ? ਹੁਣ ਮੈਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਉਣਾ ਚਾਹੂੰਗਾ ਵੀ ਮੇਜਰ ਕਾਰਨ ਕੀ ਸੀਗਾ 1907 ਦੇ ਸੂਰਤ ਸਪਲਿਟ ਦਾ। ਜਿਹੜੇ ਮੋਡਰਿਸਟ ਚਾਹੁੰਦੇ ਸੀਗੇ ਵੀ ਜਿਹੜੀ ਆਲ ਇੰਡੀਆ ਮੂਵਮੈਂਟ ਨਾ ਫੈਲੇ, ਉਹ ਚਾਹੁੰਦੇ ਸੀ ਇਹ ਮੂਵਮੈਂਟ ਬੰਗਾਲ ਦੇ ਵਿੱਚ ਰਵੇ। ਦੂਜੀ ਗੱਲ ਇਹ ਸੀਗੀ ਵੀ ਉਹ ਚਾਹੁੰਦੇ ਸੀਗੇ ਵੀ ਅਸੀਂ ਸਵਦੇਸ਼ੀ ਪ੍ਰੋਪਰਲੀ ਨਹੀਂ ਬਣਾਉਣਾ ਚਾਹੁੰਦੇ। ਸਵਦੇਸ਼ੀ ਪ੍ਰੋਪਰਲੀ ਦਾ ਕੀ ਮਤਲਬ ਹੁੰਦਾ ਕਿ ਮੇਡ ਇਨ ਇੰਡੀਆ ਚੀਜ਼ਾਂ ਹੀ ਅਸੀਂ ਵਰਤਾਂਗੇ, ਅਸੀਂ ਆਪਦੇ ਕਾਲਜਿਸ ਅਪਣਾਵਾਂਗੇ, ਅਸੀਂ ਆਪਣੀ ਐਜੂਕੇਸ਼ਨ ਰੱਖਾਂਗੇ, ਸਾਡਾ ਹੀ ਸਭ ਕੁਝ ਹੋਊਗਾ, ਠੀਕ ਹੈ। ਪਰ ਜਿਹੜੇ ਮੋਡਰਿਸਟ ਹੈ ਉਹਨੇ ਇਹ ਨਹੀਂ ਚਾਹੁੰਦੇ ਸੀਗੇ, ਉਹ ਅੰਗਰੇਜ਼ਾਂ 'ਤੇ ਡਿਪੈਂਡ ਰਹਿਣਾ ਚਾਹੁੰਦੇ ਸੀਗੇ। ਪਰ ਐਕਸਟ੍ਰੀਮਿਸਟ ਚਾਹੁੰਦੇ ਸੀ ਸਾਰਾ ਕੁਝ ਹੀ ਸਵਦੇਸ਼ੀ ਹੋ ਜਾਏ, ਅਸੀਂ ਬਾਈਕਾਟ ਕਰਾਂਗੇ ਬਾਹਰਲੀਆਂ ਚੀਜ਼ਾਂ ਦਾ, ਠੀਕ ਹੈ। ਸੋ ਇਹ ਦੋ ਚੀਜ਼ਾਂ ਸੀਗੀਆਂ ਜੋ ਉਹਨਾਂ ਦੇ ਵਿੱਚ ਬਹੁਤ ਵੱਡੇ ਬੇਸਿਸ 'ਤੇ ਡਿਫਰੈਂਸ ਕ੍ਰੀਏਟ ਕਰ ਰਹੀਆਂ ਸੀ। ਇੱਕ ਚੀਜ਼ ਹੋਰ ਵੀ ਸੀਗੀ, ਜੋ ਇਹਨਾਂ ਦੇ ਮੈਥਡ ਸੀਗੇ ਮੋਡਰਿਸਟ ਅਤੇ ਐਕਸਟ੍ਰੀਮਿਸਟ ਦੇ ਕਲੈਸ਼ ਕਰ ਰਹੇ ਸੀਗੇ। ਮੋਡਰਿਸਟ ਚਾਹੁੰਦੇ ਸੀਗੇ ਅਸੀਂ ਪਟੀਸ਼ਨ ਦੇ ਰਾਹੀਂ, ਪ੍ਰੇਅਰਸ ਦੇ ਰਾਹੀਂ ਅਸੀਂ ਚੀਜ਼ਾਂ ਨੂੰ ਸੋਲਵ ਕਰੀਏ, ਪਰ ਜਿਹੜੇ ਆਪਣੇ ਐਕਸਟ੍ਰੀਮਿਸਟ ਸੀਗੇ ਉਹ ਚਾਹੁੰਦੇ ਸੀਗੇ ਵੀ ਅਸੀਂ ਧੱਕੇ ਦੇ ਰਾਹੀਂ, ਠੀਕ ਹੈ ਜੀ, ਮਤਲਬ ਆਲ ਓਵਰ ਇੰਡੀਆ ਸਟਰਗਲ ਕਰਕੇ ਬ੍ਰਿਟਿਸ਼ ਰੂਲ ਨੂੰ ਅਪਰੂਵ ਕਰੀਏ, ਇਹਨਾਂ ਦੇ ਅਗੇਂਸਟ ਬਗਾਵਤ ਕਰੀਏ, ਰਿਬੀਲੀਅਨ ਕ੍ਰੀਏਟ ਕਰੀਏ। ਭਾਵੇਂ ਉਹ ਰਿਬੀਲੀਅਨ ਜਾਂ ਕਹਿ ਸਕਦੇ ਹਾਂ ਵੀ ਜਿਹੜੀ ਮੂਵਮੈਂਟ ਹੋਊਗੀ ਉਹ ਇੱਕ ਤਰ੍ਹਾਂ ਦੀ ਪੀਸਫੁਲ ਪ੍ਰੋਟੈਸਟ ਹੀ ਹੋਊਗਾ। ਜਿਵੇਂ ਸਵਦੇਸ਼ੀ ਮੂਵਮੈਂਟ ਵੇਖ ਲਓ, ਇੱਕ ਤਰ੍ਹਾਂ ਦਾ ਪੀਸਫੁਲ ਪ੍ਰੋਟੈਸਟ, ਉੱਥੇ ਕੋਈ ਦੰਗੇ ਕਲੇਸ਼ ਨਹੀਂ ਹੋਏ ਸੀਗੇ। ਪਰ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਮੋਡਰਿਸਟ ਇੰਨਾ ਵੀ ਨਹੀਂ ਚਾਹੁੰਦੇ ਹੁੰਦੇ ਉਸ ਟਾਈਮ 'ਤੇ। ਉਹ ਚਾਹੁੰਦੇ ਸੀ ਬਸ ਹਾਂ ਵੀ ਅਸੀਂ ਬ੍ਰਿਟਿਸ਼ ਗੌਰਮੈਂਟ ਦੇ ਅੱਗੇ ਅਸੀਂ ਪ੍ਰੇਅਰ ਲਾਵਾਂਗੇ, ਉਹਨਾਂ ਦੇ ਕੋਲ ਮਿਸ਼ਨ ਭੇਜਾਂਗੇ, ਆਪਣੀ ਗੱਲ ਰੱਖਾਂਗੇ ਉਹਨਾਂ ਕੋਲ, ਠੀਕ ਹੈ ਜੀ। ਤਾਂ ਇਹਨਾਂ ਦੀ ਜਿਹੜੀ ਬੇਸਿਕ ਆਈਡੀਓਲੋਜੀ ਸੀਗੀ ਉਹਦੇ ਵਿੱਚ ਹੀ ਕਲੈਸ਼ਿਸ ਆ ਰਹੇ ਸੀਗੇ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਇਹ ਚੀਜ਼। ਜਿਵੇਂ ਤੁਸੀਂ ਪੜ੍ਹ ਵੀ ਸਕਦੇ ਹੋ, ਐਕਸਟ੍ਰੀਮਿਸਟ ਲੈਕ ਆਫ ਦਾ ਫੇਥ ਇਨ ਦਾ ਕੈਪੈਸਿਟੀ ਆਫ ਦਾ ਮੋਡਰਿਸਟ ਟੂ ਨੈਗੋਸ਼ੀਏਟ ਵਿਦ ਦਾ ਬ੍ਰਿਟਿਸ਼ ਗੌਰਮੈਂਟ।
ਜਿਹੜੇ ਐਕਸਟ੍ਰੀਮਿਸਟ ਲੀਡਰ ਸੀ ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਜਿਹੜੇ ਬ੍ਰਿਟਿਸ਼ ਹੈਗਾ, ਸੌਰੀ ਕਹਿ ਸਕਦੇ ਹਾਂ ਵੀ ਜਿਹੜੇ ਐਕਸਟ੍ਰੀਮਿਸਟ ਲੀਡਰ ਹੈਗੇ ਉਹਨਾਂ ਨੂੰ ਲੱਗ ਰਿਹਾ ਸੀ ਮੋਡਰੇਟ ਲੀਡਰ ਹੈਗੇ ਆ, ਉਹਨਾਂ ਕੋਲ ਕਪੈਸਿਟੀ ਹੈ ਨਹੀਂ ਗੀ ਬ੍ਰਿਟਿਸ਼ ਗੌਰਮੈਂਟ ਦੇ ਨਾਲ ਉਲਝਣ ਦੀ, ਜਾਂ ਕਹਿ ਸਕਦੇ ਉਹਨਾਂ ਨਾਲ ਡੀਲ ਕਰਨ ਦੀ। ਹਜੇ ਤੱਕ ਜਦੋਂ ਤੱਕ ਦੀ ਕਾਂਗਰਸ ਬਣੀ ਸੀ 1885 ਤੋਂ ਲੈ ਕੇ 1905 ਈਸਵੀ ਤੱਕ ਉਹਨਾਂ ਨੇ ਕੋਈ ਵੀ, ਹਾਂਜੀ ਮੈਂ ਦੱਸਣਾ ਚਾਹ ਰਿਹਾ ਸੀ, ਉਹਨਾਂ ਨੇ ਕੋਈ ਲਾਰਜ ਸਕੇਲ ਡਿਵੈਲਪਮੈਂਟ ਨਹੀਂ ਕੀਤੀ ਸੀਗੀ, ਬਹੁਤ ਹੀ ਮਿਨੀਮਮ ਜਿਹੀਆਂ ਡਿਵੈਲਪਮੈਂਟਸ ਕੀਤੀਆਂ ਸੀ ਉਹਨਾਂ ਨੇ। ਕੋਈ ਜ਼ਿਆਦਾ ਐਵੇਂ ਆਪਾਂ ਕਹਿ ਦਈਏ ਵੀ ਉਹਨਾਂ ਨੇ ਵੀ ਬਹੁਤ ਹੀ ਬ੍ਰਿਟਿਸ਼ ਰੂਲ ਨੂੰ ਹਿਲਾ ਦਿੱਤਾ ਸੀਗਾ, ਪਰ ਉਹਨਾਂ ਦਾ ਫੇਜ਼ ਵੀ ਜ਼ਰੂਰੀ ਸੀਗਾ। ਉਹਨਾਂ ਦਾ ਫੇਜ਼ ਤਾਂ ਜ਼ਰੂਰੀ ਸੀਗਾ ਕਿਉਂਕਿ ਉਹ ਇੱਕ ਬੇਸ ਖੜ੍ਹਾ ਕਰ ਰਹੇ ਸੀ ਆਪਣੇ ਲਈ, ਬੇਸ ਹੋਣਾ ਵੀ ਜ਼ਰੂਰੀ ਹੈ। ਉਹਨਾਂ ਨੇ ਮੋਡਰੇਟ ਨੇ ਇੱਕ ਬੇਸ ਕ੍ਰੀਏਟ ਕੀਤਾ, ਉਹਨਾਂ ਉੱਤੇ ਕੰਮ ਕਰਨਾ ਐਕਸਟ੍ਰੀਮਿਸਟ ਦਾ ਕੰਮ ਸੀਗਾ, ਪਰ ਮੋਡਰੇਟ ਨੂੰ ਚੇਂਜ ਹੋਣਾ ਚਾਹੀਦਾ ਸੀ ਐਕਸਟ੍ਰੀਮਿਸਟ ਦੇ ਵਿੱਚ, ਜਾਂ ਕਹਿ ਸਕਦੇ ਇੱਕ ਬੈਲੈਂਸ ਦਾ ਰਾਹ ਬਣਾਉਣਾ ਚਾਹੀਦਾ ਸੀਗਾ, ਪਰ ਉਹ ਆਪਣੇ ਜਿਹੜੇ ਆਈਡੀਆਜ਼ ਆ ਉਹਨਾਂ 'ਤੇ ਅੜੇ ਰਹੇ, ਰਿਜਿਡ ਰਹੇ, ਫਲੈਕਸੀਬਲ ਨਹੀਂ ਰਹੇ। ਜਦੋਂ ਉਹਨਾਂ ਦਾ ਬੇਸ ਬਣ ਗਿਆ ਸੀ ਉਹਨਾਂ ਨੂੰ ਫਲੈਕਸੀਬਲ ਹੋ ਜਾਣਾ ਚਾਹੀਦਾ ਸੀਗਾ। ਇਹ ਮੇਰਾ ਓਪੀਨੀਅਨ ਹੈ, ਪਰਸਨਲ ਓਪੀਨੀਅਨ ਹੈ, ਪਰ ਉਹ ਨਹੀਂ ਹੋਏ ਸੀਗੇ। ਠੀਕ ਹੈ ਜੀ। ਸੋ ਇਹ ਸਾਰੇ ਕਾਰਨ ਸੀਗੇ ਆਪਣੇ ਸੂਰਜ ਸਪਲਿਟ ਦੇ ਅਤੇ ਮੋਡਰੇਟ ਤੇ ਐਕਸਟ੍ਰੀਮਿਸਟ ਦੀ ਆਈਡੀਓਲੋਜੀਜ਼ ਦੇ, ਸਾਰਾ ਕੁਛ ਦੇ। ਠੀਕ ਹੈ। ਹੂ ਅਮੰਗ ਦ ਫੋਲੋਇੰਗ ਵਾਜ਼ ਦ ਫਾਊਂਡਰ ਆਫ ਆਲ ਇੰਡੀਆ ਮੁਸਲਿਮ ਲੀਗ। ਹੁਣ ਆਪਣਾ ਕੁਐਸਚਨ ਆ ਜਾਂਦਾ ਕਿਉਂਕਿ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਬਾਰੇ ਪੜ੍ਹਿਆ, ਉਸ ਤੋਂ ਜਿਹੜੀ ਉਹਦੀ ਰਾਈਵਲ ਪਾਰਟੀ ਸੀ, ਜਾਂ ਕਹਿ ਸਕਦੇ ਹਾਂ ਵੀ ਜਿਹਦੇ ਕਰਕੇ ਆਪਣਾ ਪਾਕਿਸਤਾਨ ਖੜਾ ਹੋਇਆ, ਉਹ ਕਿਹੜੀ ਪਾਰਟੀ ਹੈਗੀ ਆ? ਆਲ ਇੰਡੀਆ ਮੁਸਲਿਮ ਲੀਗ। ਠੀਕ ਹੈ ਜੀ। ਸੋ ਇਹਦੇ ਮੇਨ ਫਾਊਂਡਰ ਕੌਣ ਸੀਗੇ ਮੁਸਲਿਮ ਲੀਗ ਦੇ? ਤਾਂ ਆਪਣਾ ਆਨਸਰ ਆ ਜਾਊਗਾ ਨਵਾਬ ਸਲੀਮ ਉल्ला ਖਾਨ। ਠੀਕ ਹੈ ਜੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ ਸਾਰੀਆਂ ਚੀਜ਼ਾਂ ਜੋ ਹੁਣ ਤੁਹਾਨੂੰ ਕਰਵਾ ਰਹੇ ਹਾਂ, ਬਹੁਤ ਹੀ ਸਟੈਂਡਰਡ ਕੁਐਸਚਨ ਹੈਗੇ ਆ। ਸੋ ਪਲੀਜ਼ ਇਹਨਾਂ ਸਾਰੇ ਕੁਐਸਚਨਸ ਨੂੰ ਯਾਦ ਕਰਕੇ ਜਾਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੇ ਆ। ਠੀਕ ਹੈ ਜੀ। ਜ਼ਿਆਦਾ ਕੁਐਸਚਨ ਨਹੀਂ ਬਣਨਗੇ ਆਪਣੇ, ਮਤਲਬ ਮੋਡਰਨ ਹਿਸਟਰੀ ਦੇ ਆਪਾਂ ਵੇਖੀਏ ਤਾਂ ਅਰਾਊਂਡ 200 ਕੁਐਸਚਨ ਤੁਹਾਡੇ ਬਣਨਗੇ, ਅਤੇ 200 ਕੁਐਸਚਨ ਦੇ ਵਿੱਚ ਅਰਾਊਂਡ ਤੁਹਾਡੀ ਸਾਰੀ ਹਿਸਟਰੀ ਕੰਪਲੀਟ ਹੋ ਜੂਗੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ 200 ਪਲੱਸ ਬਣ ਜਾਣਗੇ, 250 ਦੇ ਅਰਾਊਂਡ ਬਣ ਜਾਣਗੇ। ਉਸ ਤੋਂ ਬਾਅਦ ਆਪਾਂ ਮਿਡਵੈਲ ਤੇ ਆਪਣਾ ਜਿਹੜਾ ਐਂਸ਼ੀਅੰਟ 'ਤੇ ਕੁਐਸਚਨ ਕਰਾਂਗੇ। ਸੋ ਪਹਿਲਾਂ ਆਪਣਾ ਜਿਹੜਾ ਸਭ ਤੋਂ ਜ਼ਰੂਰੀ ਹੈਗਾ ਉਹ ਮਾਡਰਨ ਹੈਗਾ। ਆਪਾਂ ਕੋਸ਼ਿਸ਼ ਕਰਾਂਗੇ 250 ਪਲੱਸ ਕੁਐਸਚਨ ਕਰੀਏ ਮਾਡਰਨ 'ਚੋਂ। ਠੀਕ ਹੈ ਜੀ। ਤਾਂ ਇਹਦੇ ਲਈ ਅਸੀਂ ਟੈਸਟ ਸੀਰੀਜ਼ ਵੀ ਲਾਂਚ ਕੀਤੀ, ਉਹਦੇ ਵਿੱਚ ਵੀ ਐਜ ਹੀ ਸਟੈਂਡਰਡ ਕੁਐਸਚਨ ਤੁਹਾਨੂੰ ਪੁੱਟ ਕੀਤੇ ਆ ਟੈਸਟ ਸੀਰੀਜ਼ ਦੇ ਵਿੱਚ ਵੀ, ਤਾਂ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ, ਵੇਖ ਸਕਦੇ ਹੋ ਜਿਵੇਂ ਤੁਹਾਨੂੰ ਕਨਵੀਨੀਅੰਟ ਲੱਗਦਾ। ਠੀਕ ਹੈ ਜੀ। ਤਾਂ ਉਹ ਆਲ ਇੰਡੀਆ ਮੁਸਲਿਮ ਲੀਗ ਕਿਹਨੇ ਫਾਰਮ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਨਵਾਬ ਸਲੀਮ ਉल्ला ਖਾਨ ਨੇ। ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਇਨ 1906 ਮੁਸਲਿਮ ਲੀਗ ਵਾਜ਼ ਫਾਊਂਡਡ ਐਟ। ਹੁਣ ਆਪਾਂ ਨੂੰ ਕੁਐਸਚਨ ਪੁੱਛ ਲਿਆ ਜਾਂਦਾ ਮੁਸਲਿਮ ਲੀਗ ਫਾਊਂਡ ਕਿੱਥੇ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਢਾਕਾ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਕੁਐਸਚਨ ਬਣਦਾ ਮੁਸਲਿਮ ਲੀਗ ਕਦੋਂ ਫਾਊਂਡ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ 1906 ਦੇ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਕਦੋਂ ਫਾਊਂਡ ਹੋਈ ਸੀਗੀ? 1885 ਈਸਵੀ ਦੇ ਵਿੱਚ। ਅਤੇ ਫਾਊਂਡ ਕਿਹਨੇ ਕੀਤਾ ਸੀਗਾ? ਏਓ ਹਿਊਮ ਨੇ। ਕਿਹੜੇ ਗਵਰਨਰ ਜਨਰਲ ਦੇ ਦੌਰਾਨ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਡਫਰਿਨ ਦੇ ਦੌਰਾਨ। ਅਤੇ ਜਿਹੜੀ ਆਪਣੀ ਆਲ ਇੰਡੀਆ ਮੁਸਲਿਮ ਲੀਗ ਆ ਕਿਹੜੇ ਗਵਰਨਰ ਜਨਰਲ ਦੇ ਦੌਰਾਨ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਮੋਰਲੇ ਮਿੰਟੋ ਦੇ ਦੌਰਾਨ। ਠੀਕ ਹੈ। ਕਿੱਥੇ ਫਾਰਮਡ ਹੋਈ ਸੀ? ਢਾਕਾ ਦੇ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਕਿੱਥੇ ਫਾਰਮਡ ਹੋਈ ਸੀਗੀ? ਬੰਬੇ ਦੇ ਵਿੱਚ। ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਅਤੇ ਇਹਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ ਇੰਡੀਅਨ ਮੁਸਲਿਮ ਲੀਗ, ਆਲ ਇੰਡੀਆ ਮੁਸਲਿਮ ਲੀਗ ਦਾ? ਤਾਂ ਆਪਣਾ ਆਨਸਰ ਆ ਜਾਊਗਾ ਅਗਾਹਾ ਖਾਨ, ਫਸਟ ਪ੍ਰੈਜ਼ੀਡੈਂਟ ਆਫ ਦਾ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ। ਤਾਂ ਆਪਣਾ ਆਨਸਰ ਆ ਜਾਊਗਾ, ਥੋੜ੍ਹਾ ਜਿਹਾ ਇਹਨੂੰ ਕਰੈਕਟ ਕਰ ਲੈਣਾ ਤੁਸੀਂ, ਲੀਡਰ ਲਿਖਿਆ ਗਿਆ। ਪਹਿਲਾ ਲੀਡਰ ਕੌਣ ਸੀਗਾ ਆਲ ਇੰਡੀਆ ਮੁਸਲਿਮ ਲੀਗ ਦਾ? ਤਾਂ ਆਪਣਾ ਆਨਸਰ ਆ ਜਾਊਗਾ ਅਗਾਹਾ ਖਾਨ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। 1906 ਅਗਾਹਾ ਖਾਨ ਅਤੇ ਢਾਕਾ ਦੇ ਵਿੱਚ ਫਾਰਮਡ ਹੋਈ ਸੀਗੀ, ਅਤੇ ਪਹਿਲਾ ਉਹਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਉਹ ਸੀਗਾ ਅਗਾਹਾ ਖਾਨ। ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਐਨੂਅਲ ਸੈਸ਼ਨ ਆਫ ਦਾ ਮੁਸਲਿਮ ਲੀਗ ਇਨ ਦਾ ਈਅਰ 1907 ਵਾਜ਼ ਹੈਲਡ ਐਟ। ਐਨੂਅਲ ਸੈਸ਼ਨ ਮੁਸਲਿਮ ਲੀਗ ਦਾ ਕਿੱਥੇ ਹੋਇਆ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਕਰਾਚੀ ਦੇ ਵਿੱਚ ਹੋਇਆ ਸੀਗਾ। ਅਤੇ ਕਦੋਂ ਹੋਇਆ ਸੀਗਾ ਪਹਿਲਾ ਸੈਸ਼ਨ ਮੁਸਲਿਮ ਲੀਗ ਦਾ? 1907 ਦੇ ਵਿੱਚ। ਫਾਊਂਡ ਕਦੋਂ ਹੋਈ ਸੀਗੀ? 1906 ਦੇ ਵਿੱਚ। ਕਿੱਥੇ ਹੋਈ ਸੀ? ਢਾਕਾ ਦੇ ਵਿੱਚ। ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਅਗਾਹਾ ਖਾਨ ਸੀਗੇ। ਫਾਊਂਡ ਕਿੱਥੇ ਹੋਈ ਸੀ? ਕਰਾਚੀ ਦੇ ਵਿੱਚ। ਠੀਕ ਹੈ। ਸੌਰੀ, ਪਹਿਲਾ ਸੈਸ਼ਨ ਕਰਾਚੀ ਦੇ ਵਿੱਚ ਹੋਇਆ ਸੀ, ਫਾਊਂਡ ਢਾਕਾ ਦੇ ਵਿੱਚ ਹੋਈ ਸੀਗੀ। ਠੀਕ ਹੈ। ਦ ਮੁਸਲਿਮ ਡੈਪੂਟੇਸ਼ਨ ਮੈਟ ਮੈਂਟੋ ਇਨ 1906 ਐਟ ਦਾ ਸ਼ਿਮਲਾ ਐਂਡ ਦਾ ਪਲੀਡਡ ਫॉर ਏ ਸੈਪਰੇਟ ਇਲੈਕਟੋਰੇਟ ਫॉर ਮੁਸਲਿਮ। 1906 ਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਲੋਰਡ ਮੋਰਲੇ ਮਿੰਟੋ ਨੂੰ ਮਿਲੀ ਸੀਗੀ ਸ਼ਿਮਲਾ ਡੈਪੂਟੇਸ਼ਨ 'ਤੇ। ਅਤੇ ਉਹਨਾਂ ਨੇ ਕਿਸ ਚੀਜ਼ ਦੀ ਡਿਮਾਂਡ ਕੀਤੀ ਸੀ? ਤਾਂ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਮੁਸਲਿਮ ਲਈ ਇੱਕ ਸੈਪਰੇਟ ਇਲੈਕਟੋਰੇਟ ਹੋਣਾ ਚਾਹੀਦਾ। ਸੈਪਰੇਟ ਇਲੈਕਟੋਰੇਟ ਦਾ ਭਾਵ ਕੀ ਹੁੰਦਾ? ਵੀ ਜਿਹੜਾ ਮੁਸਲਿਮ ਲੀਡਰ ਹੋਊਗਾ, ਜਾਂ ਕਹਿ ਸਕਦੇ ਹਾਂ ਵੀ ਜਿਹੜੇ ਮੁਸਲਿਮ ਲੀਡਰ ਨੂੰ ਮੁਸਲਿਮ ਹੀ ਵੋਟ ਪਾ ਸਕਣਗੇ, ਦੂਜਾ ਬੰਦਾ ਵੋਟ ਨਹੀਂ ਪਾ ਸਕੂਗਾ। ਠੀਕ ਹੈ ਜੀ। ਸੋ ਮੁਸਲਿਮ ਲੀਡਰ ਮੁਸਲਿਮ ਦੁਆਰਾ ਹੀ ਚੁਣਿਆ ਜਾਊਗਾ। ਜਿਹੜੀਆਂ ਮੁਸਲਿਮ ਪਰਟੀਕੂਲਰ ਮੁਸਲਿਮ
ਰੀਜਨ ਹੈਗੇ ਉੱਥੇ ਮੁਸਲਿਮ ਹੀ ਖੜਾ ਹੋਊਗਾ ਤੇ ਮੁਸਲਿਮ ਹੀ ਉਹਨਾਂ ਨੂੰ ਵੋਟ ਪਾ ਸਕਣਗੇ, ਦੂਜੇ ਪਰਸਨ ਵੋਟ ਨਹੀਂ ਪਾ ਸਕਣਗੇ। ਆਪਣਾ ਜਿਹੜਾ ਇਸ ਟਾਈਮ ਇੰਡੀਆ ਦੇ ਵਿੱਚ ਚੱਲ ਰਿਹਾ ਉਹ ਚੱਲ ਰਿਹਾ ਯੂਨੀਵਰਸਲ ਐਡਲਟ ਫਰੈਂਚਾਈਜ਼ੀ। ਯੂਨੀਵਰਸਲ ਐਡਲਟ ਫਰੈਂਚਾਈਜ਼ ਦੇ ਵਿੱਚ ਕੀ ਹੁੰਦਾ, 18 ਸਾਲ ਤੋਂ ਉੱਤੇ ਜਿੰਨੇ ਵੀ ਹੈਗੇ ਸਾਰੇ ਦੇ ਸਾਰੇ ਵੋਟ ਕਰਨਗੇ, ਕੋਈ ਰਿਲੀਜਨ ਦੇ ਬੇਸਿਸ ਤੇ, ਕਾਸਟ ਦੇ ਬੇਸਿਸ ਤੇ ਕਿਸੇ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਊਗਾ। ਜਦੋਂ ਸੈਪਰੇਟ ਇਲੈਕਟੋਰੇਟ ਬਣਾ ਦਿੱਤਾ ਜਾਂਦਾ ਹੁੰਦਾ ਉਹਦੇ ਵਿੱਚ ਕੀ ਹੁੰਦਾ, ਰਿਲੀਜਨ ਦੇ ਬੇਸਿਸ ਤੇ ਜਾਂ ਕਹਿ ਸਕਦੇ ਹਾਂ ਕਾਸਟ ਦੇ ਬੇਸਿਸ ਤੇ ਡਿਫਰੈਂਸ਼ੀਏਟ ਕੀਤਾ ਜਾ ਸਕਦਾ ਹੁੰਦਾ। ਜਿਵੇਂ ਬ੍ਰਿਟਿਸ਼ਰ ਦੀ ਇਹ ਪਾਲਿਸੀ ਹੁੰਦੀ ਸੀਗੀ ਆਪਾਂ ਨੂੰ ਅੱਡ ਕਰਨ ਦੀ, ਤਾਂ ਉਹਨਾਂ ਨੇ ਇੱਕ ਸੈਪਰੇਟ ਇਲੈਕਟੋਰੇਟ ਮੁਸਲਿਮ ਨੂੰ ਪ੍ਰੋਵਾਈਡ ਕਰਕੇ ਆਪਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕੀਤੀ। ਠੀਕ ਹੈ ਜੀ, ਡਿਵਾਈਡ ਐਂਡ ਰੂਲ ਪਾਲਿਸੀ ਸਾਰਿਆਂ ਨੂੰ ਪਤਾ ਹੀ ਹੈਗੀ ਹੈ। ਸੋ ਕਿਸ ਤਰ੍ਹਾਂ ਉਹਨਾਂ ਨੇ ਫੋਲੋ ਕੀਤੀ, ਉਹ ਇਹ ਐਸੇ ਢੰਗ ਦੇ ਨਾਲ ਫੋਲੋ ਕੀਤੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਜਿਵੇਂ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਪ੍ਰੋਵਾਈਡ ਕਰਤਾ, ਮਤਲਬ ਉਹਨਾਂ ਨੂੰ ਇੱਕ ਆਇਡੈਂਟੀਟੀ ਅੱਡ ਮੰਨਣ ਲੱਗ ਗਏ। ਮੁਸਲਿਮ ਇੱਕ ਅੱਡ ਆਇਡੈਂਟੀਟੀ ਹੈ ਹਿੰਦੂਸ ਤੋਂ। ਠੀਕ ਹੈ, ਇੱਕ ਐਜ਼ ਏ ਹੋਲ ਨੇਸ਼ਨ ਕੰਸੀਡਰ ਕਰਦੇ ਤਾਂ ਆਪਾਂ ਇੱਕ ਨੇਸ਼ਨ ਪੂਰਾ ਬਣ ਕੇ ਰਹਿਣਾ ਸੀਗਾ। ਠੀਕ ਹੈ, ਸੋ ਇਹ ਗੱਲਾਂ ਹੈਗੀਆਂ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਮੋਰਲੇ ਮਿੰਟੋ ਰਿਫਾਰਮ ਬਿੱਲ ਵਾਜ਼ ਪਾਸਡ ਇਨ। ਸੋ ਜਿਹੜਾ ਮੋਰਲੇ ਮਿੰਟੋ ਰਿਫਾਰਮ ਬਿੱਲ ਹੈਗਾ ਕਦੋਂ ਪਾਸ ਕੀਤਾ ਗਿਆ, ਤਾਂ ਆਪਣਾ ਆਨਸਰ ਆ ਜਾਊਗਾ 1909 ਦੇ ਵਿੱਚ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਐਕਟ ਪ੍ਰੋਵਾਈਡਡ ਫॉर ਏ ਕਾਮਨਲ ਰਿਪਰੈਜ਼ੈਂਟੇਸ਼ਨ ਇਨ ਦਾ ਬ੍ਰਿਟਿਸ਼ ਇੰਡੀਆ। ਸੋ ਕਾਮਨਲ ਰਿਪਰੈਜ਼ੈਂਟੇਸ਼ਨ ਕੀ ਹੁੰਦਾ, ਇੱਕ ਅੱਡ ਸੈਪਰੇਟ ਇਲੈਕਟੋਰੇਟ ਹੋਣਾ, ਜਿਵੇਂ ਮੈਂ ਤੁਹਾਨੂੰ ਹੁਣੇ ਸਮਝਾਇਆ। ਸੋ ਉਸ ਚੀਜ਼ ਨੂੰ ਕਿਹਾ ਜਾਂਦਾ ਕਾਮਨਲ ਇਲੈਕਟੋਰੇਟ। ਠੀਕ ਹੈ, ਇਹ ਕਿਹਨਾਂ ਦੇ ਮਤਲਬ ਕਿਹਨੇ ਲਾਂਚ ਕੀਤਾ ਸੀਗਾ ਸੈਪਰੇਟ ਇਲੈਕਟੋਰੇਟ, ਤਾਂ ਆਪਣਾ ਆਨਸਰ ਆ ਜਾਊਗਾ ਮਿੰਟੋ ਮੋਰਲੇ ਰਿਫਾਰਮ, ਜਿਹੜੇ ਕਿ 1909 ਦੇ ਵਿੱਚ ਹੋਏ ਸੀਗੇ। ਉਹਨਾਂ ਦੁਆਰਾ ਇਨੀਸ਼ੀਏਟ ਕੀਤਾ ਗਿਆ ਸੀ ਇੱਕ ਸੈਪਰੇਟ ਇਲੈਕਟੋਰੇਟ ਫੋਰ ਦੀ ਮੁਸਲਿਮਸ। ਠੀਕ ਹੈ, ਸੋ ਇੱਕ ਕਮਿਊਨਲਿਜ਼ਮ ਨੂੰ ਵਧਾਉਣ ਵਾਸਤੇ ਸੀਗਾ, ਇੱਕ ਵੱਖਵਾਦ ਫੈਲਾਉਣ ਵਾਸਤੇ ਸੀਗੀ ਇਹ ਚੀਜ਼। ਠੀਕ ਹੈ, ਵੀ ਹਾਂ ਇੱਕ ਹਿੰਦੂ ਅੱਡ ਆਇਡੈਂਟੀਟੀ ਹੈ, ਮੁਸਲਿਮ ਅਲੱਗ ਆਇਡੈਂਟੀਟੀ ਹੈ। ਹੁਣ ਮੋਰਲੇ ਮਿੰਟੋ ਰਿਫਾਰਮ ਕੀ ਚੀਜ਼ ਹੈਗੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਮੋਰਲੇ ਮਿੰਟੋ ਰਿਫਾਰਮ ਦਾ ਮਤਲਬ ਕੀ ਹੈਗਾ, ਕੌਨਸਟੀਟਿਊਸ਼ਨ ਰਿਫਾਰਮਸ ਹੋਏ ਸੀਗੇ ਇੰਡੀਆ ਦੇ ਵਿੱਚ, ਸੰਵਿਧਾਨਿਕ ਰਿਫਾਰਮ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਆਪਣੀ ਸਵਦੇਸ਼ੀ ਮੂਵਮੈਂਟ ਹੋਈ ਸੀ ਆ ਉਹਦੇ ਵਿੱਚ ਕੁਝ ਡਿਮਾਂਡ ਰੱਖੀਆਂ ਗਈਆਂ ਸੀਗੀਆਂ। ਉਸ ਚੀਜ਼ ਨੂੰ ਕੰਸੀਡਰ ਕਰਨ ਵਾਸਤੇ, ਮੋਡਰੇਟਸ ਨੂੰ ਚੁੱਪ ਕਰਾਉਣ ਵਾਸਤੇ ਇੱਕ ਰਿਫਾਰਮ ਲੈ ਕੇ ਆਏ ਗਏ ਜਿਹਦਾ ਨਾਮ ਸੀਗਾ ਮਿੰਟੋ ਮੋਰਲੇ ਰਿਫਾਰਮਸ। ਉਹਨਾਂ ਵਿੱਚ ਆਪਣੇ ਜਿਹੜੇ ਇੰਡੀਅਨਸ ਹੈਗੇ ਉਹਨਾਂ ਨੂੰ ਕੁਝ ਪਾਵਰਸ ਦਿੱਤੀਆਂ ਗਈਆਂ, ਜਿਵੇਂ ਕਿ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਸੀਟਸ ਐਕਸਟਰਾ ਦਿੱਤੀਆਂ ਗਈਆਂ, ਬਜਟ ਦੇ ਵਿੱਚ ਡਿਸਕਸ਼ਨ ਕਰਨ ਦੀ ਪਾਵਰ ਦਿੱਤੀ ਗਈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ। ਕਿਹਦੇ ਵਿੱਚ ਦਿੱਤੀਆਂ ਗਈਆਂ, ਮਿੰਟੋ ਮੋਰਲੇ ਰਿਫਾਰਮ 1909 ਦੇ ਵਿੱਚ। ਜੋ ਸਭ ਤੋਂ ਇੰਪੋਰਟੈਂਟ ਚੀਜ਼ ਮਿੰਟੋ ਮੋਰਲੇ ਰਿਫਾਰਮ ਵਿੱਚ ਦਿੱਤੀ ਗਈ ਸੀਗੀ ਉਹ ਸੀਗੀ ਸੈਪਰੇਟ ਇਲੈਕਟੋਰੇਟ ਫੋਰ ਦੀ ਮੁਸਲਿਮ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਹੈ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਵੇਅਰ ਵਾਜ਼ ਦਾ ਕੈਪੀਟਲ ਆਫ ਇੰਡੀਆ ਬਿਫੋਰ ਦਿੱਲੀ ਅੰਡਰ ਦੀ ਬ੍ਰਿਟਿਸ਼ ਰੂਲ। ਸੋ ਇੰਡੀਆ ਦੀ ਕੈਪੀਟਲ ਦਿੱਲੀ ਤੋਂ ਪਹਿਲਾਂ ਕਿਹੜੀ ਸੀਗੀ ਜਦੋਂ ਅੰਡਰ ਦੀ ਬ੍ਰਿਟਿਸ਼ ਰੂਲ, ਤਾਂ ਆਪਾਂ ਗੱਲ ਕਰੀਏ ਸਾਰਿਆਂ ਨੂੰ ਪਤਾ ਹੀ ਹੋਊਗੀ ਕੈਲਕਟਾ ਆਪਣੀ ਕੈਪੀਟਲ ਸੀਗੀ। ਜਦੋਂ ਬ੍ਰਿਟਿਸ਼ ਰੂਲ ਦੇ ਦੌਰਾਨ 1911 ਤੋਂ ਪਹਿਲਾਂ 1911 ਦੇ ਵਿੱਚ ਬ੍ਰਿਟਿਸ਼ਰ ਨੇ ਜਿਹੜੀ ਆਪਣੀ ਕੈਪੀਟਲ ਨਿਊ ਦਿੱਲੀ ਸ਼ਿਫਟ ਕਰ ਲਈ ਸੀਗੀ। ਪਹਿਲਾਂ ਉਹਨਾਂ ਦੀ ਜਿਹੜੀ ਕੈਪੀਟਲ ਹੁੰਦੀ ਸੀ ਕੈਲਕਟਾ ਹੁੰਦੀ ਸੀਗੀ। ਠੀਕ ਹੈ, ਕੈਲਕਟਾ ਦੇ ਕੁਝ ਆਪਣੇ ਫਾਇਦੇ ਸੀਗੇ, ਕਿਵੇਂ ਕਿ ਉੱਥੋਂ ਮਤਲਬ ਜਿਹੜੇ ਥੱਲੇ ਵੱਲ ਨੂੰ ਮਦਰਾਸ ਵੱਲ ਨੂੰ ਆਰਮੀ ਲੈ ਕੇ ਜਾਣਾ ਸੌਖਾ ਸੀਗਾ, ਜਿਹੜੇ ਆਪਦੇ ਸੀ ਰੂਟ ਨੇੜੇ ਸੀਗੇ, ਉੱਥੋਂ ਜਿਹੜੀ ਮੋਬਿਲਾਈਜੇਸ਼ਨ ਆਰਮੀ ਦੀ ਸੀ ਈਜ਼ੀ ਕੀਤੀ ਜਾ ਸਕਦੀ ਸੀ। ਹੋਰ ਵੀ ਕੈਲਕਟਾ ਬਹੁਤ ਹੀ ਰਿਚ ਸੀਗਾ ਮਿਨਰਲ ਐਂਡ ਰਿਸੋਰਸਿਸ ਦੇ ਵਿੱਚ, ਬਹੁਤ ਸਾਰੇ ਫਾਇਦੇ ਚੱਕੇ ਜਾ ਰਹੇ ਸੀ। ਪਾਇਰੇਸੀ ਐਜ਼ ਏ ਪਾਇਰੇਸੀ ਦਾ ਪੋਰਟ ਵਰਤਿਆ ਜਾ ਰਿਹਾ ਸੀਗਾ। ਸੋ ਇਹ ਸਾਰੀਆਂ ਗੱਲਾਂ ਸੀਗੀਆਂ ਕੈਲਕਟਾ ਦੇ ਵਿੱਚ ਹੋ ਰਹੀਆਂ ਸੀਗੀਆਂ। ਤਾਂ ਉਹਨਾਂ ਨੂੰ ਪਹਿਲਾਂ ਕੈਲਕਟਾ ਫਾਇਦਾ ਸੀਗਾ, ਪਰ ਹੁਣ ਉਹਨਾਂ ਕੋਲ ਇੰਨਾ ਕੁ ਰਾਜ ਹੋ ਗਿਆ ਸੀਗਾ, ਉਹਨਾਂ ਨੂੰ ਇੱਕ ਸੈਂਟਰ ਪੁਆਇੰਟ ਚਾਹੀਦਾ ਸੀ, ਤਾਂ ਉਹਨਾਂ ਨੇ ਦਿੱਲੀ ਐਜ਼ ਏ ਬੈਸਟ ਆਪਸ਼ਨ ਕੰਸੀਡਰ ਕੀਤਾ। ਠੀਕ ਹੈ, ਜਦੋਂ ਕੈਪੀਟਲ ਟ੍ਰਾਂਸਫਰ ਹੋਈ ਤਾਂ ਉਸ ਟਾਈਮ 'ਤੇ ਕਿਹੜੇ ਲੋਰਡ ਸੀ, ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਹਾਰਡਿੰਗ। ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਜਿਵੇਂ ਤੁਸੀਂ ਪੜ੍ਹ ਵੀ ਸਕਦੇ ਹੋ। ਦਾ ਟ੍ਰਾਂਸਫਰ ਆਫ ਕੈਪੀਟਲ ਆਫ ਦਾ ਬ੍ਰਿਟਿਸ਼ ਇੰਡੀਆ ਫਰੋਮ ਦਾ ਕੈਲਕਟਾ ਟੂ ਦਿੱਲੀ ਵਾਜ਼ ਅਫੈਕਟਿਡ ਡਿਊਰਿੰਗ ਦੀ ਪੀਰੀਅਡ ਆਫ। ਹੁਣ ਉਸ ਟਾਈਮ 'ਤੇ ਲੋਰਡ ਕਿਹੜੇ ਸੀਗੇ ਜਦੋਂ ਆਪਣੀ ਕੈਪੀਟਲ ਟ੍ਰਾਂਸਫਰ ਕੀਤੀ ਗਈ, ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਹਾਰਡਿੰਗ ਦੇ ਦੌਰਾਨ ਆਪਣੀ ਕੈਲਕਟਾ ਤੋਂ ਦਿੱਲੀ ਕੈਪੀਟਲ ਟ੍ਰਾਂਸਫਰ ਕੀਤੀ। ਕਦੋਂ ਕੀਤੀ ਗਈ ਸੀ, 1911 ਦੇ ਵਿੱਚ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਜ਼ਰੂਰੀ ਹੈਗੀਆਂ। ਠੀਕ ਹੈ ਜੀ, ਸੋ ਜਿੰਨੇ ਵੀ ਆਪਾਂ ਕੁਐਸਚਨ ਕੀਤੇ ਆ ਹੁਣ ਤੱਕ ਜਾਂ ਮਤਲਬ ਪ੍ਰੀਵੀਅਸ ਲੈਕਚਰਸ ਦੇ ਵਿੱਚ ਕੀਤੇ, ਸਾਰਿਆਂ ਨੂੰ ਤੁਸੀਂ ਪ੍ਰੀਸਾਈਜ਼ਲੀ ਯਾਦ ਕਰ ਲੈਣਾ। ਇਹਨਾਂ ਦੀ ਜੇ PDF ਨਹੀਂ ਮਿਲ ਰਹੀ ਤੁਸੀਂ ਇੰਸਟਾਗ੍ਰਾਮ 'ਤੇ ਵੇਖ ਸਕਦੇ ਹੋ। ਬਾਕੀ ਅਸੀਂ ਆਪਣੇ ਜਿਹੜਾ ਟੈਲੀਗ੍ਰਾਮ ਚੈਨਲ ਹੈਗਾ ਉੱਥੇ ਵੀ ਅਸੀਂ ਟਾਈਮ ਟੂ ਟਾਈਮ PDF ਅਪਡੇਟ ਕਰਦੇ ਰਹਾਂਗੇ। ਠੀਕ ਹੈ ਜੀ, ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ, ਤੁਹਾਨੂੰ ਲੈਕਚਰਸ ਕਿਵੇਂ ਲੱਗ ਰਹੇ ਆ। ਤੁਹਾਡੇ ਰਿਵਿਊਜ਼ ਦੀ ਸਿਰਫ ਕੋਸਟ ਹੈਗੀ ਹੈ ਜੋ ਤੁਸੀਂ ਦੇ ਸਕਦੇ ਹੋ। ਸੋ ਥੈਂਕ ਯੂ ਸੋ ਮਚ।